Good morning, students. I hope you all are well and good. I am your Punjabi teacher, and today we are going to start our 10th chapter, Dialu Raja. ਇਹ ਦਿਆਲੂ ਰਾਜਾ ਬਾਰੇ ਅੱਜ ਆਪਾਂ ਪੜ੍ਹਾਂਗੇ ਬੱਚੇ। ਇਹਦੇ ਵਿੱਚ ਤੁਸੀਂ ਕੀ ਜਾਣੋਗੇ? ਮਹਾਰਾਜਾ ਰਣਜੀਤ ਸਿੰਘ ਦੇ ਦਿਆਲੂ ਸੁਭਾਅ ਬਾਰੇ, ਕਿ ਉਹਨਾਂ ਦਾ ਸੁਭਾਅ ਜਿਹੜਾ ਸੀਗਾ ਉਹ ਕਿੰਨਾ ਦਿਆਲੂ ਸੀ, ਅਤੇ ਕੀ ਸਿੱਖੋਗੇ ਇਸ ਵਿੱਚ ਕਿ ਇੱਕ ਜਿਹੜਾ ਚੰਗਾ ਰਾਜਾ ਹੁੰਦਾ ਹੈ ਉਹ ਸਭ ਧਰਮਾਂ ਨੂੰ ਬਰਾਬਰ ਦਾ ਸਤਿਕਾਰ ਦਿੰਦਾ ਹੈ, ਕੋਈ ਵੀ ਭੇਦਭਾਵ ਨਹੀਂ ਕਰਦਾ। ਅਤੇ ਜੇਕਰ ਉਹ ਇਸ ਤਰ੍ਹਾਂ ਕਰਦਾ ਹੈ, ਸਭ ਧਰਮਾਂ ਨੂੰ ਬਰਾਬਰ ਮੰਨਦਾ ਹੈ, ਬਰਾਬਰ ਸਤਿਕਾਰ ਦਿੰਦਾ ਹੈ, ਤਾਂ ਉਹ ਸਭ ਦਾ ਹਰਮਨ ਪਿਆਰਾ ਹੋ ਸਕਦਾ ਹੈ। ਸੋ ਚਲੋ ਆਪਾਂ ਪੜ੍ਹਦੇ ਹਾਂ ਪਾਠ ਦਿਆਲੂ ਰਾਜਾ। ਮਹਾਰਾਜਾ ਰਣਜੀਤ ਸਿੰਘ ਦੇ ਪੰਜਾਬੀਆਂ ਦੇ ਜਿਹੜੇ ਸੀਗੇ ਉਹ ਬੱਚੇ ਹਰਮਨ ਪਿਆਰੇ ਇੱਕ ਯੋਧਾ ਸੀਗੇ। ਪੰਜਾਬੀਆਂ ਦੇ ਹਰਮਨ ਪਿਆਰੇ ਯੋਧਾ ਸੀ, ਇੱਕ ਰਾਜਾ ਸੀ। ਜਿਵੇਂ ਵੀ ਕਹਿ ਲਓ ਆਪਾਂ, ਉਹ ਵੀ ਜਿਹੜੇ ਮਹਾਰਾਜਾ ਰਣਜੀਤ ਸਿੰਘ ਸੀ ਉਹ ਬਹੁਤ ਹੀ ਹਰਮਨ ਪਿਆਰੇ ਸੀ ਪੰਜਾਬੀਆਂ ਦੇ। ਉਹ ਸਾਰੇ ਧਰਮਾਂ ਦੇ ਲੋਕਾਂ ਨੂੰ ਬਹੁਤ ਪਿਆਰ ਕਰਦੇ ਸਨ। ਉਹਨਾਂ ਦੇ ਰਾਜ ਵਿੱਚ ਧਰਮਾਂ ਦੇ ਜਿਹੜੇ ਲੋਕ ਸੀਗੇ ਉਹ ਅਮੀਰ ਗਰੀਬ ਜਿਹੜੇ ਸੀਗੇ ਸਾਰੇ ਧਰਮਾਂ ਦੇ ਕੰਮ ਕਰਦੇ ਸਨ। ਜਿੱਥੇ ਉਹਨਾਂ ਨੇ ਹਿੰਦੂਆਂ ਸਿੱਖਾਂ ਲਈ ਮੰਦਰ ਗੁਰਦੁਆਰੇ ਬਣਾਏ, ਉੱਥੇ ਮੁਸਲਮਾਨਾਂ ਲਈ ਮਸੀਤਾਂ ਦੀ ਉਸਾਰੀ ਵੀ ਕਰਵਾਈ। ਜਿੱਥੇ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਗੀਤਾ ਰਮਾਇਣ ਦਾ ਸਤਿਕਾਰ ਕਰਦੇ ਸਨ, ਉੱਥੇ ਉਹ ਕੁਰਾਨ ਸ਼ਰੀਫ ਦੀ ਵੀ ਬਹੁਤ ਇੱਜ਼ਤ ਕਰਦੇ ਸਨ। ਇਸ ਕਰਕੇ ਉਹ ਇੱਕ ਨਿਰਪੱਖ ਅਤੇ ਦਿਆਲੂ ਰਾਜਾ ਵੀ ਅਖਵਾਉਂਦੇ ਸਨ। ਇਸ ਰਾਜੇ ਦੇ ਜੀਵਨ ਨਾਲ ਬਹੁਤ ਸਾਰੀਆਂ ਕਹਾਣੀਆਂ ਜੁੜੀਆਂ ਹੋਈਆਂ ਹਨ, ਜਿਨ੍ਹਾਂ ਤੋਂ ਇਸ ਦੇ ਦਿਆਲੂ ਹੋਣ ਦੇ ਸਬੂਤ ਮਿਲਦੇ ਹਨ। ਇਹਨਾਂ ਦੇ ਰਾਜ ਵਿੱਚ ਇੱਕ ਮੁਸਲਮਾਨ ਨੇ ਕਈ ਸਾਲ ਲਗਾ ਕੇ ਕੁਰਾਨ ਸ਼ਰੀਫ ਹੱਥੀਂ ਲਿਖੀ। ਉਸਨੇ ਇਸ ਨੂੰ ਲਿਖਣ ਵਿੱਚ ਬਹੁਤ ਮਿਹਨਤ ਕੀਤੀ ਸੀ। ਹੁਣ ਉਹ ਇਸ ਨੂੰ ਵੇਚਣਾ ਚਾਹੁੰਦਾ ਸੀ, ਪਰ ਉਸ ਦਾ ਕੋਈ ਖਰੀਦਦਾਰ ਨਹੀਂ ਸੀ। ਖਰੀਦਦਾਰ ਹੁੰਦਾ ਬੱਚੇ ਖਰੀਦਣ ਵਾਲਾ, ਕਿ ਉਸ ਦਾ ਕੋਈ ਜਿਹੜਾ ਖਰੀਦਦਾਰ ਨਹੀਂ ਮਿਲ ਰਿਹਾ ਸੀ, ਕਿਉਂਕਿ ਉਹ ਇਸ ਬਦਲੇ ਮੋਹਰਾਂ ਦੀ ਇੱਕ ਥੈਲੀ ਚਾਹੁੰਦਾ ਸੀ। ਦੂਸਰਾ, ਉਹ ਇਹ ਸੋਚਦਾ ਸੀ ਕਿ ਇੱਕ ਸਿੱਖ ਰਾਜੇ ਦੇ ਰਾਜ ਵਿੱਚ ਕੋਈ ਹਿੰਦੂ ਜਾਂ ਸਿੱਖ ਕੁਰਾਨ ਸ਼ਰੀਫ ਕਿਉਂ ਖਰੀਦੇਗਾ। ਇਸ ਲਈ ਉਹ ਕੁਰਾਨ ਸ਼ਰੀਫ ਨੂੰ ਵੇਚਣ ਲਈ ਕਿਸੇ ਮੁਸਲਮਾਨ ਰਾਜ ਵੱਲ ਚੱਲ ਪਿਆ। ਉਸਨੇ ਇੱਕ ਸੁੰਦਰ ਪਾਲਕੀ ਤਿਆਰ ਕੀਤੀ। ਉਸ ਵਿੱਚ ਬੜੇ ਹੀ ਅਦਬ ਨਾਲ ਕੁਰਾਨ ਸ਼ਰੀਫ ਨੂੰ ਰੱਖਿਆ ਗਿਆ। 4 ਬੰਦੇ ਉਸ ਪਾਲਕੀ ਨੂੰ ਚੁੱਕ ਕੇ ਤੁਰ ਪਏ ਅਤੇ ਉਹ ਆਪ ਉਸ ਦੇ ਨਾਲ ਨਾਲ ਤੁਰ ਪਿਆ। ਉਹ ਤੁਰੇ ਜਾ ਰਹੇ ਸਨ ਕਿ ਅੱਗਿਓਂ ਉਹਨਾਂ ਨੂੰ ਆਪਣੇ ਸਿਪਾਹੀਆਂ ਨਾਲ ਆਉਂਦੇ ਮਹਾਰਾਜਾ ਰਣਜੀਤ ਸਿੰਘ ਮਿਲ ਗਏ। ਮਹਾਰਾਜਾ ਨੇ ਇੱਕ ਸੁੰਦਰ ਪਾਲਕੀ ਦੇਖ ਕੇ ਔਰ ਜਦੋਂ ਉਹਨਾਂ ਨੇ ਬੰਦਿਆਂ ਨੂੰ ਦੇਖਿਆ ਕਿ ਉਹ ਜਿਹੜੇ ਬੰਦੇ ਸੀ ਇੱਕ ਸੁੰਦਰ ਪਾਲਕੀ ਨੂੰ ਚੁੱਕੀ ਆ ਰਹੇ ਸਨ, ਤਾਂ ਮਹਾਰਾਜਾ ਸੁੰਦਰ ਚੀਜ਼ਾਂ ਦੇ ਸ਼ੌਕੀਨ ਸਨ। ਉਹਨਾਂ ਨੇ ਸਿਪਾਹੀਆਂ ਨੂੰ ਉਸ ਪਾਲਕੀ ਨੂੰ ਰੋਕਣ ਲਈ ਕਿਹਾ। ਜਦੋਂ ਉਹਨਾਂ ਨੇ ਦੇਖਿਆ ਕਿ ਇੱਕ ਸੁੰਦਰ ਜਿਹੀ ਪਾਲਕੀ ਆ ਰਹੀ ਹੈ, ਤਾਂ ਉਹਨਾਂ ਨੇ ਸਿਪਾਹੀਆਂ ਨੂੰ ਕਿਹਾ ਕਿ ਇਸ ਪਾਲਕੀ ਨੂੰ ਰੋਕੋ। ਪਾਲਕੀ ਵਾਲਾ ਹੱਥ ਜੋੜ ਕੇ ਖੜਾ ਹੋ ਗਿਆ। ਮਹਾਰਾਜੇ ਨੇ ਉਸਨੂੰ ਪੁੱਛਿਆ, ਕਿਉਂ ਬਈ, ਤੂੰ ਕੌਣ ਹੈ? ਸੁੰਦਰ ਪਾਲਕੀ ਲੈ ਕੇ ਤੂੰ ਕਿੱਥੇ ਜਾ ਰਿਹਾ ਹੈ? ਲੱਗਦਾ ਹੈ ਇਸ ਵਿੱਚ ਕੁਝ ਹੈ। ਉਸਨੇ ਬੜੀ ਨਿਮਰਤਾ ਨਾਲ ਹੱਥ ਜੋੜ ਕੇ ਉੱਤਰ ਦਿੱਤਾ, ਮਹਾਰਾਜ, ਇਸ ਸੁੰਦਰ ਪਾਲਕੀ ਵਿੱਚ ਕੁਰਾਨ ਸ਼ਰੀਫ ਹੈ। ਮੈਂ ਇਸ ਨੂੰ ਵੇਚਣ ਲਈ ਕਿਸੇ ਮੁਸਲਮਾਨ ਰਾਜ ਵਿੱਚ ਜਾ ਰਿਹਾ ਹਾਂ। ਕਿਉਂ ਬਈ, ਤੈਨੂੰ ਇੱਥੇ ਇਸ ਦਾ ਖਰੀਦਦਾਰ ਨਹੀਂ ਮਿਲਿਆ ਜੋ ਤੂੰ ਇਸ ਨੂੰ ਕਿਸੇ ਮੁਸਲਮਾਨ ਰਾਜ ਵਿੱਚ ਵੇਚਣ ਲਈ ਜਾ ਰਿਹਾ ਹੈ? ਮਹਾਰਾਜੇ ਨੇ ਬੜੇ ਪਿਆਰ ਨਾਲ ਪੁੱਛਿਆ, ਮਹਾਰਾਜ, ਕੁਰਾਨ ਸ਼ਰੀਫ ਮੁਸਲਮਾਨਾਂ ਦਾ ਗ੍ਰੰਥ ਹੈ, ਕੋਈ ਹਿੰਦੂ ਜਾਂ ਸਿੱਖ ਇਸ ਨੂੰ ਕਿਉਂ ਖਰੀਦੇਗਾ? ਉਸ ਆਦਮੀ ਨੇ ਡਰਦਿਆਂ ਜਵਾਬ ਦਿੱਤਾ, ਕਿਉਂ ਬਈ, ਇਸ ਨੂੰ ਕੋਈ ਹਿੰਦੂ ਜਾਂ ਸਿੱਖ ਕਿਉਂ ਨਹੀਂ ਖਰੀਦ ਸਕਦਾ? ਜਦ ਇਸ ਰਾਜ ਵਿੱਚ ਸਾਰੇ ਧਰਮ ਸਾਂਝੇ ਹਨ ਤਾਂ ਗ੍ਰੰਥ ਕਿਵੇਂ ਵੱਖ ਹੋਏ? ਮੈਨੂੰ ਤੇਰੀ ਇਸ ਗੱਲ ਦੀ ਸਮਝ ਨਹੀਂ ਆਈ। ਮਹਾਰਾਜੇ ਨੇ ਫਿਰ ਪਿਆਰ ਨਾਲ ਪੁੱਛਿਆ। ਉਸਨੇ ਬੜੇ ਅਦਬ ਨਾਲ ਕਿਹਾ, ਮਹਾਰਾਜ, ਮੈਨੂੰ ਇਸ ਦੇ ਬਦਲੇ ਇੱਕ ਮੋਹਰਾਂ ਦੀ ਥੈਲੀ ਚਾਹੀਦੀ ਹੈ। ਭਲਾ ਇਸ ਦੀ ਇੰਨੀ ਕੀਮਤ ਕੌਣ ਭਰੇਗਾ? ਬਈ, ਇਸ ਵਿੱਚ ਐਡੀ ਕੀ ਖਾਸੀਅਤ ਹੈ ਜੋ ਤੂੰ ਇੱਕ ਥੈਲੀ ਮੋਹਰਾਂ ਦੀ ਮੰਗ ਰਿਹਾ ਹੈ? ਖਾਸੀਅਤ ਹੁੰਦਾ ਵਿਸ਼ੇਸ਼ਤਾ ਵੀ। ਉਹਨਾਂ ਨੇ ਪੁੱਛਿਆ ਕਿ ਇਸ ਵਿੱਚ ਐਸੀ ਕੀ ਵਿਸ਼ੇਸ਼ਤਾ ਹੈ? ਮਹਾਰਾਜ, ਤੁਸੀਂ ਇਸ ਨੂੰ ਆਪ ਵੇਖ ਕੇ ਅੰਦਾਜ਼ਾ ਲਗਾ ਲਓ। ਅੰਦਾਜ਼ਾ ਮੀਨਸ ਅਨੁਮਾਨ ਲਗਾ ਲਓ। ਉਸ ਆਦਮੀ ਨੇ ਕੁਰਾਨ ਸ਼ਰੀਫ ਤੋਂ ਕੱਪੜਾ ਚੁੱਕਿਆ ਤਾਂ ਇੰਨੀ ਸੁੰਦਰ ਲਿਖਾਈ ਵੇਖ ਕੇ ਮਹਾਰਾਜੇ ਦੀਆਂ ਅੱਖਾਂ ਅੱਡੀਆਂ ਹੀ ਰਹਿ ਗਈਆਂ। ਉਸਨੇ ਇੰਨੀ ਸੁੰਦਰ ਲਿਖਾਈ ਪਹਿਲਾਂ ਕਦੇ ਨਹੀਂ ਸੀ ਵੇਖੀ। ਮਹਾਰਾਜ ਖੁਸ਼ ਹੁੰਦਿਆਂ ਉਸ ਆਦਮੀ ਨੂੰ ਪੁੱਛਣ ਲੱਗਾ, ਕਿਉਂ ਬਈ, ਜੇ ਅਸੀਂ ਇਸ ਨੂੰ ਖਰੀਦਣਾ ਚਾਹੀਏ ਤਾਂ ਤੂੰ ਕੀ ਦੇਵੇਂਗਾ? ਮਹਾਰਾਜ, ਮੈਨੂੰ ਤਾਂ ਇੱਕ ਥੈਲੀ ਮੋਹਰਾਂ ਦੀ ਚਾਹੀਦੀ ਹੈ, ਕਿਉਂਕਿ ਇਸ ਨੂੰ ਲਿਖਣ ਲੱਗਿਆਂ ਮੈਂ 5 ਸਾਲ ਲਾਏ ਹਨ।
ਮੈਂ ਇਸ 'ਤੇ ਬੜੀ ਸਖਤ ਮਿਹਨਤ ਕੀਤੀ ਹੈ। ਉਸ ਆਦਮੀ ਨੇ ਬੜੀ ਹਲੀਮੀ ਨਾਲ ਕਿਹਾ, ਭਾਵ ਬਹੁਤ ਨਿਮਰਤਾ ਨਾਲ ਕਿਹਾ। ਮਹਾਰਾਜੇ ਨੇ ਉਸ ਆਦਮੀ ਵੱਲ ਕੁਝ ਦੇਰ ਵੇਖਿਆ ਅਤੇ ਫਿਰ ਆਪਣੇ ਸਿਪਾਹੀਆਂ ਨੂੰ ਕਹਿਣ ਲੱਗੇ, ਇਸ ਨੂੰ ਇੱਕ ਮੋਹਰਾਂ ਦੀ ਥੈਲੀ ਦੀ ਥਾਂ 'ਤੇ 2 ਥੈਲੀਆਂ ਦੇ ਦਿਓ। ਆਪਣੇ ਰਾਜ ਦੀ ਕੋਈ ਵੀ ਸੁੰਦਰ ਚੀਜ਼ ਬਾਹਰ ਨਹੀਂ ਜਾਣ ਦੇਵਾਂਗੇ। ਫਿਰ ਉਹ ਉਸ ਆਦਮੀ ਨੂੰ ਬੋਲੇ, ਕਿਉਂ ਬਈ ਖੁਸ਼ ਹੈ? ਜੇ ਕੁਝ ਹੋਰ ਚਾਹੀਦਾ ਹੈ ਤਾਂ ਉਹ ਵੀ ਦੱਸ। ਉਹ ਆਦਮੀ ਝੁੱਕ ਕੇ ਮਹਾਰਾਜ ਦੇ ਚਰਨੀ ਪੈ ਗਿਆ। ਮੋਹਰਾਂ ਦੀਆਂ 2 ਥੈਲੀਆਂ ਲੈ ਕੇ ਉਹ ਖੁਸ਼ੀ-ਖੁਸ਼ੀ ਆਪਣੇ ਘਰ ਨੂੰ ਤੁਰ ਪਿਆ। ਅਜਿਹੇ ਸਨ ਦਿਆਲੂ ਰਾਜਾ ਮਹਾਰਾਜਾ ਰਣਜੀਤ ਸਿੰਘ। ਤਾਂ ਇਹ ਬੱਚੇ ਜਿਹੜਾ ਪਾਠ ਸੀ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਸੀ, ਉਹਨਾਂ ਦੀ ਦਿਆਲਤਾ ਦੇ ਬਾਰੇ ਸੀ ਕਿ ਉਹ ਕਿੰਨੇ ਦਿਆਲੂ ਸਨ ਅਤੇ ਹਰ ਧਰਮ ਨੂੰ ਉਹ ਬਰਾਬਰ ਮੰਨਦੇ ਸਨ। ਸੋ ਇਹ ਸੀ ਆਪਣਾ ਪਾਠ। ਬੱਚੇ ਇਸ ਪਾਠ ਨੂੰ ਤੁਸੀਂ 2 ਵਾਰੀ ਪੜ੍ਹਨਾ ਹੈ, ਕਿਉਂਕਿ ਜਦੋਂ ਤੁਸੀਂ 2 ਵਾਰੀ ਇਹਨੂੰ ਪੜ੍ਹ ਚੁੱਕਿਆ ਹੋਵੇਗਾ ਤਾਂ ਇਸ ਵਿੱਚੋਂ ਕੋਈ ਵੀ ਓਵਰਟੀ ਜਾਂ ਕੋਈ ਵੀ ਕੁਐਸਚਨ ਤੁਹਾਨੂੰ ਆਉਂਦਾ ਹੈ ਉਸ ਨੂੰ ਤੁਸੀਂ ਸੋਲਵ ਕਰ ਸਕਦੇ ਹੋ। ਅਤੇ ਇਸ ਨੂੰ ਪੜ੍ਹ ਕੇ ਤੁਸੀਂ ਇਸ ਦੇ ਪਿੱਛੇ ਜੋ ਬੈਕ ਐਕਸਰਸਾਈਜ਼ ਦਿੱਤੀ ਗਈ ਹੈ ਉਸ ਨੂੰ ਵੀ ਸੋਲਵ ਕਰਨ ਦੀ ਕੋਸ਼ਿਸ਼ ਕਰਨੀ ਹੈ। ਅਤੇ ਇਸ ਪਾਠ ਦੇ ਜਿਹੜੇ ਪ੍ਰਸ਼ਨ ਉੱਤਰ ਹਨ ਉਹਨਾਂ ਦੇ ਪ੍ਰਤੀ ਜੋ PDF ਹੈ ਉਹ ਤੁਹਾਨੂੰ ਭੇਜ ਦਿੱਤੀ ਜਾਵੇਗੀ ਅਤੇ ਉਸ PDF ਦੇ ਕੁਐਸਚਨ ਆਨਸਰਾਂ ਨੂੰ ਤੁਸੀਂ ਆਪਣੀ ਨੋਟਬੁੱਕ ਦੇ ਵਿੱਚ ਲਿਖਣਾ ਹੈ। ਨੋਟਬੁੱਕ ਵਿੱਚ ਵੀ ਲਿਖ ਸਕਦੇ ਹੋ ਅਤੇ ਉਸ ਦਾ ਪ੍ਰਿੰਟ ਆਊਟ ਵੀ ਲੈ ਸਕਦੇ ਹੋ। ਅਤੇ ਇਸ ਪਾਠ ਦੇ ਪ੍ਰਸ਼ਨ ਉੱਤਰ, ਖਾਲੀ ਥਾਵਾਂ ਅਤੇ ਜੋ ਵੀ ਇਸ ਦੀ ਬੈਕ ਐਕਸਰਸਾਈਜ਼ ਦਿੱਤੀ ਗਈ ਹੈ ਉਸ ਨੂੰ ਚੰਗੀ ਤਰ੍ਹਾਂ ਤੁਸੀਂ ਪੇਪਰਾਂ ਦੇ ਲਈ ਤਿਆਰ ਕਰਨਾ ਹੈ। ਸੋ ਬੱਚੇ ਆਪਾਂ ਹੁਣ ਅਗਲੀ ਕਲਾਸ ਵਿੱਚ ਮਿਲਾਂਗੇ। ਥੈਂਕ ਯੂ ਸੋ ਮੱਚ ਐਂਡ ਹੈਵ ਅ ਨਾਈਸ ਡੇ।